ਬਸੈ ਤਾਂ ਉੱਡਰ ਜਾਹੇ, ਜਿਤ ਪਿੰਜਰੈ ਮੇਰਾ ਸੋ ਵਸੈ। ਮਾਸ ਨ ਤਿੱਦੂ ਕਾਹੇ, ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸਿਮਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਸਾਡੇ ਤੇ ਤਰਸ ਕਰਕੇ ਸਾਧ ਸੰਗਤ ਦੀਆਂ ਅਮੋਲਕ ਘੜੀਆਂ ਸਾਨੂੰ ਬਖਸ਼ੀਆਂ ਹਨ। ਅੱਜ ਦਾ ਹੁਕਮਨਾਮਾ ਧਨਾਸਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ 683 ਅੰਗ ਤੋਂ ਆਰੰਭ ਹੋ ਕੇ 684 ਅੰਗ ਤੇ ਸੰਪੂਰਨ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਸ਼ਬਦ ਦੇ ਅੰਦਰ ਉਸ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਤੋਂ ਸਾਨੂੰ ਸਾਰੇ ਜੀਆਂ ਨੂੰ ਸਦਕੇ ਹੋਣ ਲਈ ਆਖਿਆ ਹੈ। ਬਾਰ ਬਾਰ ਨਤਮਸਤਕ ਹੋਣ ਲਈ, ਬਾਰ ਬਾਰ ਬੰਦਨਾ ਕਰਨ ਲਈ ਗੁਰੂ ਮਹਾਰਾਜ ਆਖ ਰਹੇ ਨੇ। ਧਨਾਸਰੀ ਮਹੱਲਾ ਪੰਜਵਾ। ਕਰ ਬਾਰ ਬਾਰ ਇੱਕ ਓੰਕਾਰ, ਸਤ ਗੁਰ ਪ੍ਰਸਾਦ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਫਰਮਾਉਂਦੇ ਨੇ, 12ਵੇਂ ਘਰ ਵਿੱਚ ਗਾਉਣ ਲਈ ਕਹਿ ਰਹੇ ਆ ਇਸ ਸ਼ਬਦ ਨੂੰ। ਦੁਨੀਆ ਨੂੰ ਸਾਜਣ ਵਾਲਾ, ਪਾਲਣ ਵਾਲਾ ਤੇ ਮਿਟਾਉਣ ਵਾਲਾ ਇੱਕੋ ਹੀ ਪਰਮਾਤਮਾ ਹੈ। ਸੱਚੇ ਗੁਰੂ ਦੇ ਪ੍ਰਸਾਦ ਦੁਆਰਾ ਹੀ ਉਹਦੀ ਪ੍ਰਾਪਤੀ ਹੁੰਦੀ ਆ। ਓੰਕਾਰ ਉਹਦਾ ਸਭ ਤੋਂ ਸ਼ਕਤੀਸ਼ਾਲੀ ਬੋਲ ਹੈ, ਜਿੱਥੋਂ ਸਾਰੇ ਬ੍ਰਹਿਮੰਡ ਦੀ, ਸਾਰੇ ਸੰਸਾਰ ਦੀ ਉਤਪਤੀ ਹੋਈ ਆ। ਸਭ ਕੁਝ ਉਸੇ ਤੋਂ ਹੀ ਹੋ ਰਿਹਾ, ਉਸੇ ਤੋਂ ਹੀ ਬਣ ਰਿਹਾ ਹੈ। ਸਭ ਕੁਝ ਕਰਤਾ ਧਰਤਾ, ਸਾਰੀ ਸ੍ਰਿਸ਼ਟੀ ਦਾ ਮਾਲਕ ਉਹ ਖੁਦ ਹੈ। ਬੰਦਨਾ ਹਰ ਬੰਦਨਾ, ਗੁਣ ਗਾਵਹੋ ਗੋਪਾਲ ਰਾਏ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਫਰਮਾਉਂਦੇ ਨੇ, ਬੰਦਨਾ ਹਰ ਬੰਦਨਾ। ਆਪਦੇ ਗੁਰੂ ਨੂੰ ਬਾਰ ਬਾਰ ਡੰਡੌਤ ਬੰਦਨ ਅਨਕ ਬਾਰ। ਜੋ ਸਰਬ ਕਲਾ ਸਮਰੱਥ ਹੈ, ਉਹਨੂੰ ਵਾਰ ਵਾਰ ਬੰਦਨਾ ਕਰੀਏ, ਬਾਰ ਬਾਰ ਉਹਦੇ ਅੱਗੇ ਝੁਕੀਏ, ਬਾਰ ਬਾਰ ਉਹਦੇ ਤੋਂ ਵਾਰੇ ਵਾਰੇ ਜਾਈਏ, ਵਾਰ ਵਾਰ ਸਦਕੇ ਜਾਈਏ, ਉਹਦੀ ਪਰਿਕਰਮਾ ਕਰੀਏ, ਤਾਂ ਵੀ ਉਹ ਤੋਂ ਸਦਕੇ ਨਹੀਂ ਹੋਇਆ ਜਾ ਸਕੇਗਾ। ਇਤਨੇ ਵਾਹਿਗੁਰੂ ਦੇ ਅੰਦਰ ਜਿਹੜੇ ਗੁਣ ਆ ਉਹ ਹਨ। ਫਿਰ ਵੀ ਸਾਡਾ ਫਰਜ਼ ਬਣਦਾ ਗੁਰੂ ਨੂੰ ਵਾਰ ਵਾਰ ਸਜਦਾ ਕਰਨਾ, ਰੋਜ਼ ਗੁਰੂ ਦੇ ਦਰਸ਼ਨ ਕਰਨੇ, ਸਮੇਂ ਤੋਂ ਸਮਾਂ ਕੱਢ ਕੇ ਅੰਮ੍ਰਿਤ ਵੇਲੇ ਜਾਗਣਾ। ਇਹ ਆਦਤ ਜਿਹੜੀ ਆ ਜਾਗਣ ਦੀ ਅੰਮ੍ਰਿਤ ਵੇਲੇ, ਸਾਰਾ ਦਿਨ ਤੁਹਾਨੂੰ ਦੂਜਿਆਂ ਤੋਂ ਅੱਗੇ ਰੱਖਦੀ ਆ। ਆਪਦੇ ਗੁਰੂ ਨੂੰ ਅੰਮ੍ਰਿਤ ਵੇਲੇ ਜਾਗ ਕੇ ਨਤਮਸਤਕ ਹੋਣ ਲਈ ਆਉਣਾ, ਮੱਥਾ ਟੇਕਣਾ, ਉਹਦੇ ਗੁਣਾਂ ਨੂੰ ਗਾਉਣਾ, ਉਹਦੇ ਗੁਣਾਂ ਨੂੰ ਸੁਣਨਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਬੰਦਨਾ ਹਰ ਬੰਦਨਾ,
ਗੁਣ ਗਾਵਹੋ ਗੁਣ ਗਾਵਹੋ ਗੋਪਾਲ ਰਾਏ। ਧਰਤੀ ਨੂੰ ਬਣਾਉਣ ਵਾਲੇ ਗੋਪਾਲ ਰਾਏ ਜੀ ਦੇ, ਪਾਕ ਪਰਵਤਗਾਰ ਜੀ ਦੇ ਰਸਨਾ ਨਾਲ ਗੁਣ ਗਾਓ, ਜਾਂ ਕੰਨਾਂ ਦੇ ਨਾਲ ਸੁਣ ਲਓ, ਜਾਂ ਤਾਂ ਤੁਸੀਂ ਜੀਭ ਨਾਲ ਰੱਬ ਦੇ ਗੁਣ ਗਾਉਣੇ ਸ਼ੁਰੂ ਕਰੋ, ਬਿਹਤਰ ਇਹ ਹੋਵੇਗਾ। ਜਾਂ ਫਿਰ ਉਹਦੀਆਂ ਗੱਲਾਂ ਕੰਨਾਂ ਦੇ ਨਾਲ ਸੁਣੋ, ਇਹਦੇ ਨਾਲ ਤੁਹਾਨੂੰ ਲਾਭ ਮਿਲੇਗਾ। ਰਹਾਓ। ਵੱਡੇ ਭਾਗ ਭੇਟੇ ਗੁਰਦੇਵਾ। ਉਹ ਸਿੱਖ ਦੇ ਵੱਡੇ ਭਾਗ ਹੁੰਦੇ ਆ ਜਿਹਨੂੰ ਗੁਰੂ ਜੀ ਮਿਲ ਜਾਂਦੇ ਆ, ਜਿਹਨੂੰ ਗੁਰੂ ਮਹਾਰਾਜ ਦੀ ਬਾਣੀ ਮਿਲ ਜਾਂਦੀ ਆ, ਉਹਨਾਂ ਦਾ ਕੀਰਤਨ ਮਿਲ ਜਾਂਦਾ, ਉਹਨਾਂ ਦੀ ਇਬਾਦਤ ਪ੍ਰਾਪਤ ਹੋ ਜਾਂਦੀ ਆ, ਉਹਨਾਂ ਦਾ ਸਿਮਰਨ ਮਿਲ ਜਾਂਦਾ। ਉਹਨਾਂ ਦੇ ਵੱਡੇ ਭਾਗ ਹੀ ਹੁੰਦੇ ਆ। ਕੋਟ ਅਪਰਾਧ, ਕਿਉਂਕਿ ਗੁਰੂ ਨੂੰ ਮਿਲ ਕੇ ਹੀ ਕਰੋੜਾਂ ਅਪਰਾਧ ਬੰਦੇ ਦੇ ਮਿਟ ਜਾਂਦੇ ਆ, ਖਤਮ ਹੋ ਜਾਂਦੇ ਆ। ਮਿਟੇ ਹਰ ਸੇਵਾ। ਗੁਰੂ ਦੀ ਸੇਵਾ ਦੇ ਦੁਆਰਾ ਕਰੋੜਾਂ ਜਨਮਾਂ ਦੇ ਪਾਪ ਜਾਂ ਕਰੋੜਾਂ ਪਾਪ, ਸਾਰੀ ਜਿਹੜੀ ਮੈਲ ਆ ਉਹ ਲੈ ਜਾਂਦੀ ਆ। ਸੇਵਾ ਤੋਂ ਭਾਵ ਕੀ ਆ? ਪਰਮਾਤਮਾ ਦੀ ਸੇਵਾ ਕੀ ਆ? ਗੁਣ ਗਾਵਤ, ਰੱਬ ਦੇ ਗੁਣ ਗਾਉਣੇ, ਇਹੀ ਉਹਦੀ ਸੇਵਾ ਹੈ। ਰੱਬ ਦੇ ਗੁਣਾਂ ਨੂੰ ਸੁਣਨਾ ਜਾਂ ਪੜ੍ਹਨਾ ਜਾਂ ਬਿਆਨ ਕਰਨਾ ਜਾਂ ਜਪ ਕਰਨਾ, ਬੰਦਗੀ ਕਰਨੀ ਹੀ ਰੱਬ ਦੀ ਸੇਵਾ ਹੈ। ਇਹ ਸੇਵਾ ਕਰਨ ਤੋਂ ਬਾਅਦ ਬੰਦੇ ਨੂੰ ਅਹਿਸਾਸ ਹੁੰਦਾ, ਮੈਂ ਆਪਣੀ ਸੇਵਾ ਕਰ ਲਈ ਹੈ। ਰੱਬ ਨੂੰ ਉੱਚਾ ਉੱਚਾ ਕਹਿ ਕੇ ਮੈਂ ਉੱਚਾ ਹੋਇਆ, ਰੱਬ ਨੂੰ ਵੱਡਾ ਵੱਡਾ ਕਹਿ ਕੇ ਸਗੋਂ ਮੇਰਾ ਕਿਰਦਾਰ ਵੱਡਾ ਹੋ ਗਿਆ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਚਰਨ ਕਮਲ, ਵਾਹਿਗੁਰੂ ਜੀ ਦੇ ਜਿਹੜੇ ਚਰਨ ਕਮਲ ਨੇ, ਉਹਨਾਂ ਦੇ ਨਾਲ ਸਿੱਖ ਦਾ ਮਨ ਜੁੜਿਆ ਰਹਿੰਦਾ, ਗੁਰਸਿੱਖ ਦਾ ਮਨ ਉੱਥੇ ਲੱਗਾ ਹੀ ਰਹਿੰਦਾ। ਸੋਗ ਅਗਨ, ਕੋਈ ਵੀ ਝੋਰਾ ਤਿਸ ਜਨ ਨਾ ਵਿਆਪੈ, ਕਿਸੇ ਵੀ ਚੀਜ਼ ਦੇ ਖੋ ਜਾਣ ਦਾ ਜਿਹੜਾ ਸੋਗ ਆ ਉਹ ਗੁਰਸਿੱਖ ਨੂੰ ਫਿਰ ਲੱਗਦਾ ਨਹੀਂ। ਸਾਗਰ ਤਰਿਆ ਸਾਧੂ ਸੰਗੇ, ਸਾਧੂਆਂ ਦੇ ਸੰਗ ਹੋ ਕੇ ਹੀ, ਭਲੇ ਪੁਰਸ਼ਾਂ ਦੇ ਸੰਗ ਹੋ ਕੇ ਹੀ ਦੁਨੀਆ ਰੂਪੀ ਸਾਗਰ ਤੋਂ ਤਰਿਆ ਜਾਂਦਾ ਹੈ। ਨਿਰਭਉ ਨਾਮ, ਵਾਹਿਗੁਰੂ ਦਾ ਨਾਮ ਨਿਰਭਉ ਜਿਸਨੇ ਜਪਿਆ ਹੈ, ਜਪੋ ਹਰ ਰੰਗੇ, ਉਹਦੇ ਰੰਗਾਂ ਵਿੱਚ ਹੀ ਰੰਗੇ ਗਏ। ਪਰ ਧਨ ਦੋਖ ਕਿਛ ਪਾਪ ਨਾ ਫੇੜੇ। ਫਿਰ ਪਰਾਈਆਂ ਚੀਜ਼ਾਂ, ਬੇਗਾਨੀਆਂ ਚੀਜ਼ਾਂ, ਕਿਸੇ ਦੀ ਚੜ੍ਹਦੀ ਕਲਾ ਹੁੰਦੀ ਵੇਖ ਕੇ ਗੁਰਸਿੱਖ ਨੂੰ ਈਰਖਾ ਨਹੀਂ, ਸਗੋਂ ਗੁਰਸਿੱਖ ਨੂੰ ਤਾਂ ਵਿਸ਼ਵਾਸ ਬਣਦਾ ਕਿ ਰੱਬ ਜਿਹੜਾ ਹੈ ਕਿ ਦੂਜੇ ਨੂੰ ਦੇ ਰਿਹਾ ਇਹ ਦੌਲਤ, ਇੱਕ ਦਿਨ ਉਹਨੂੰ ਵੀ ਦੇਵੇਗਾ। ਤਾਂ ਫਿਰ ਉਹ ਈਰਖਾ ਨਹੀਂ ਕਰਦਾ, ਕਿਸੇ ਦੀ ਖੁਸ਼ੀ ਵਿੱਚ ਖੁਸ਼ੀ ਮਨਾਉਂਦਾ। ਪਰ ਧਨ ਦੋਖ ਕਿਛ ਪਾਪ ਨਾ ਫੇੜੇ। ਪਰਾਏ ਦੀ ਖੁਸ਼ੀ ਵਿੱਚ ਖੁਸ਼ੀ ਮਨਾ ਕੇ ਗੁਰਸਿੱਖ ਫਿਰ ਇਹ ਸਾਂਝੀ ਕਰਦੇ ਆ ਖੁਸ਼ੀ। ਆਮ ਮਨੁੱਖ ਕਿਸੇ ਨੂੰ ਖੁਸ਼ੀ ਵੇਖ ਕੇ ਦੁਖੀ ਹੋ ਜਾਂਦਾ, ਕਿਸੇ ਦੀ ਖੁਸ਼ੀ ਵਿੱਚ ਉਹਨੂੰ ਓਨੀ ਖੁਸ਼ੀ ਨਹੀਂ ਹੁੰਦੀ, ਉਹ ਦੁਖੀ ਹੋ ਜਾਂਦਾ। ਗੁਰਸਿੱਖ ਇੱਦਾਂ ਨਹੀਂ ਕਰਦੇ। ਜਮ ਜੰਦਾਰ ਨਾ ਆਵੇ ਨੇੜੇ। ਬਾਣੀ ਪੜ੍ਹਨ ਵਾਲੇ ਗੁਰਸਿੱਖ ਦੇ ਨੇੜੇ ਜਨਮ ਮਰਨ, ਇਹ ਪ੍ਰਕਿਰਿਆ, ਇਹ ਗੋਲ ਚੱਕਰ ਕਿਵੇਂ ਆ ਸਕਦਾ ਹੈ? ਉਹਦੇ ਨੇੜੇ ਉਹਨੂੰ ਛੂਹ ਨਹੀਂ ਸਕਦਾ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਜਿਵੇਂ ਕਿਹਾ ਜਾਂਦਾ, ਇਨਸਾਨ ਨੇ ਖਾਣੀ 2 ਵਕਤ ਦੀ ਰੋਟੀ ਆ, ਛਕਣਾ ਤਾਂ ਪ੍ਰਸ਼ਾਦਾ ਹੀ ਆ, ਪਰ ਇੱਕ ਨੂੰ ਜਿਹੜੀ ਤਮਾ ਲੱਗੀ ਹੋਈ ਆ, ਉਹ ਜਿਹਨੂੰ ਤ੍ਰਿਸ਼ਨਾ ਕਹਿੰਦੇ ਆ, ਜਿਹਨੂੰ ਮਹਾਤਮਾ ਬੁੱਧ ਆਖਦੇ ਆ, ਸੋਨੇ ਦੇ ਸਿੱਕਿਆਂ ਦਾ ਮੀਂਹ ਵੀ ਤ੍ਰਿਸ਼ਨਾਲੂ ਬੰਦੇ ਨੂੰ ਸ਼ਾਂਤ ਨਹੀਂ ਕਰ ਸਕਦਾ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ,
ਸੋਨੇ ਦੇ ਸਿੱਕਿਆਂ ਦਾ ਮੀਂਹ ਵੀ ਪੈ ਜਾਵੇ, ਜਿਸ ਬੰਦੇ ਨੇ ਮਨ ਦੇ ਅੰਦਰ ਭੁੱਖ ਇਤਨੀ ਜ਼ਿਆਦਾ ਹੈ, ਸੋਨੇ ਦੇ ਸਿੱਕਿਆਂ ਦਾ ਮੀਂਹ ਵੀ ਉਹਦੀ ਭੁੱਖ ਨੂੰ ਸ਼ਾਂਤ ਨਹੀਂ ਕਰ ਸਕੇਗਾ। ਜੇ ਇਹ ਮੀਂਹ ਪੈ ਵੀ ਜਾਵੇ, ਅੱਵਲੇ ਮੀਂਹ ਨਹੀਂ ਹੋਵੇਗਾ ਕਦੇ, ਪਰ ਮੰਨ ਲਓ ਜੇ ਮੀਂਹ ਪੈਂਦਾ ਹੀ ਆ ਸੋਨੇ ਦੇ ਸਿੱਕਿਆਂ ਦਾ ਉਹਦੇ ਘਰ ਦੇ ਉੱਪਰ, ਤਾਂ ਵੀ ਉਹ ਭੁੱਖਾ ਹੀ ਰਹੂਗਾ। ਤਾਂ ਇਹ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਇਹ ਮੇਰੇ ਗੁਰੂ ਨੇ ਬਾਣੀ ਪੜ੍ਹਨ ਤੋਂ ਉਪਰੰਤ, ਗੁਰੂ ਨੂੰ ਸੁਣਨ ਤੋਂ ਬਾਅਦ ਹੀ ਇਹ ਤ੍ਰਿਸ਼ਨਾ ਦੀ ਅਗਨੀ ਬੁਝੀ ਆ। ਅਖੀਰਲੀ ਪੰਕਤੀ ਹੁਕਮਨਾਮਾ ਸਾਹਿਬ ਦੀ, ਨਾਨਕ ਉਧਰੇ ਪ੍ਰਭ ਸਰਣ ਆਈ। ਗੁਰੂ ਦੀ ਸ਼ਰਨੀ ਪੈ ਕੇ ਗੁਰਸਿੱਖ ਉੱਭਰਦਾ ਹੈ, ਗੁਰਸਿੱਖ ਬਚ ਜਾਂਦਾ, ਗੁਰਸਿੱਖ ਚਿੱਕੜ ਵਿੱਚ ਨਹੀਂ ਫਸਦਾ, ਗੁਰਸਿੱਖ ਜੰਜਾਲ ਵਿੱਚ ਨਹੀਂ ਫਸਦਾ, ਗੁਰਸਿੱਖ ਕਿਸੇ ਦੀ ਖੁਸ਼ੀ ਵਿੱਚ ਫਿਰ ਖੁਸ਼ ਹੁੰਦਾ, ਕਿਸੇ ਨੂੰ ਸੁਖੀ ਹੋਇਆ ਦੇਖ ਕੇ ਦੁਖੀ ਨਹੀਂ ਹੁੰਦਾ। ਇੱਦਾਂ ਹੀ ਗੁਰਸਿੱਖ ਦੀ ਅਵਸਥਾ ਬਣਾਉਣ ਵਾਲਾ ਉਹਦਾ ਗੁਰੂ ਆ, ਬਾਣੀ ਆ, ਕੀਰਤਨ ਹੈ, ਗੁਰੂ ਦੀਆਂ ਵਿਚਾਰਾਂ ਨੇ। ਸਾਗਰ ਤਰਿਆ ਸਾਧੂ ਸੰਗੇ, ਆਪਦੇ ਗੁਰੂ ਦੇ ਪੱਲੇ ਨੂੰ ਫੜ ਕੇ ਗੁਰਸਿੱਖ ਜਿਹੜਾ ਹੈ ਇਹ ਸਾਗਰ ਤੋਂ ਤਰ ਗਿਆ। ਇਹ ਹੁਕਮਨਾਮਾ ਸਾਹਿਬ ਦੇ ਅਖਰੀ ਅਰਥ ਸਨ ਜੋ ਆਪ ਜੀ ਨੇ ਸਰਵਣ ਕੀਤੇ ਆ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਗਜ਼ਲ ਜਿਹੜੀ ਆ ਤੇ ਉਹਨਾਂ ਦਾ ਪੰਜਾਬੀ ਉਲੱਥਾ, ਉਹ ਆਪ ਜੀ ਹੁਣ ਸਰਵਣ ਕਰੋ। ਭਾਈ ਨੰਦ ਲਾਲ ਜੀ ਦੀ ਕਿਤਾਬ ਹੈ ਜ਼ਿੰਦਗੀ ਨਾਮਾ। ਦੁਨੀਆ ਦੇ ਮਹਾਨ ਵਿਦਵਾਨ ਲੋਕ ਜਿਹੜੇ ਆ ਆਪਣੀਆਂ ਕਿਤਾਬਾਂ ਵਿੱਚ ਇਹਨੂੰ ਸਭ ਤੋਂ ਉੱਪਰਲੀ ਜਗ੍ਹਾ ਰੱਖਦੇ ਆ। ਉਹਦਾ ਕਾਰਨ ਕੀ ਆ? ਇਤਨੀ ਸਰਵ ਸ੍ਰੇਸ਼ਟ ਬਾਣੀ ਤੇ ਕੁਝ ਗੱਲਾਂ ਮਨ ਨੂੰ ਛੂਹਣ ਵਾਲੀਆਂ ਨੇ, ਜਿਨ੍ਹਾਂ ਨੂੰ ਪੜ੍ਹ ਕੇ ਦਿਲ ਕਰਦਾ ਕਿ ਬਸ ਦੁਨੀਆ 'ਤੇ ਆਉਣ ਦਾ ਇੱਕੋ ਮਕਸਦ ਬਚ ਗਿਆ, ਉਹ ਆ ਉਹਨੂੰ ਯਾਦ ਕਰਨਾ, ਉਹਨੂੰ ਚੇਤੇ ਕਰਨਾ। ਦੁਨੀਆ ਦੇ ਮਹਾਨ ਵਿਦਵਾਨ ਇਸ ਕਿਤਾਬ ਨੂੰ ਪੜ੍ਹਦੇ ਆ, ਉਹਨੂੰ ਐਨੇਲਾਈਜ਼ ਕਰਦੇ ਆ, ਉਹਦਾ ਵਿਸ਼ਲੇਸ਼ਣ ਕਰਦੇ ਆ ਅਤੇ ਜ਼ਿੰਦਗੀ ਵਿੱਚ ਪੜ੍ਹ ਕੇ ਅੱਗੇ ਵੱਧਦੇ ਆ। ਪੜ੍ਹਨ 'ਤੇ ਰੁਕਦੇ ਨਹੀਂ। ਜੋ ਇਹ ਕਿਤਾਬ ਉਹਨਾਂ ਨੂੰ ਆਖਦੀ ਆ ਉਹਨੂੰ ਪੜ੍ਹ ਕੇ ਅਮਲ ਕਮਾ ਕੇ ਗੁਰਮੁਖ ਲਾਹਾ ਲੈ ਗਏ। ਇਸ ਦੁਨੀਆ ਤੋਂ ਲਾਹਾ ਲੈ ਕੇ ਜਾਂਦੇ ਆ, ਮਨਮੁਖ ਚੱਲੇ ਮੂਲ ਗਵਾਏ ਜੀਵ। ਤਾਂ ਉਹੀ ਕਿਤਾਬ ਦੀ 9ਵੀਂ ਗਜ਼ਲ ਆਪ ਜੀ ਸਰਵਣ ਕਰੋ। ਭਾਈ ਸਾਹਿਬ ਭਾਈ ਨੰਦ ਲਾਲ ਜੀ ਫਰਮਾਉਂਦੇ ਆ, ਹੇ ਵਾਹਿਗੁਰੂ, ਹੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੁਹਾਡੇ ਚਿਹਰੇ ਦੀ ਸੁੰਦਰਤਾ ਦੇ ਅੱਗੇ ਦੁਨੀਆ ਵਿੱਚ ਜਿਹੜਾ ਚੰਦ ਚੜ੍ਹਦਾ ਹੈ, ਅਸਮਾਨ ਦੇ ਵਿੱਚ ਜਿਹੜਾ ਚੰਦ ਚੜ੍ਹਦਾ, ਚੰਦਰਮਾ ਵੀ ਜਿਹਨੂੰ ਆਖਿਆ ਜਾਂਦਾ ਹੈ, ਉਹ ਵੀ ਸ਼ਰਮਿੰਦਾ ਹੋ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਆਪ ਜੀ ਇਤਨੇ ਖੂਬਸੂਰਤ ਹੋ, ਅਸਮਾਨ ਦੇ ਵਿੱਚ ਚੜ੍ਹਿਆ ਹੋਇਆ ਚੰਨ ਵੀ ਤੁਹਾਡੇ ਅੱਗੇ ਸ਼ਰਮਿੰਦਾ ਹੈ। ਇਹ ਕਹਿ ਕੇ ਇੱਥੇ ਨਹੀਂ ਰੁਕਦੇ, ਅੱਗੇ ਚੱਲਦੇ ਆਪ ਜੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿੰਦੇ ਆ ਕਿ ਦੁਨੀਆ ਵਿੱਚ ਜਿਹੜਾ ਸੂਰਜ ਚੜ੍ਹਦਾ, ਜਿਹੜਾ ਸਾਰੇ ਪਾਸੇ ਰੌਸ਼ਨ ਕਰਦਾ, ਜਿਹਦੇ ਕਰਕੇ ਸਾਰਾ ਚਾਨਣ, ਉਹ ਵੀ ਤੁਹਾਡੀ ਸੁੰਦਰਤਾ ਦਾ ਗੁਲਾਮ ਹੈ। ਉਹ ਵੀ ਕਹਿੰਦਾ ਹੈ ਕਿ ਮੇਰਾ ਨੂਰ, ਮੇਰਾ ਪ੍ਰਕਾਸ਼, ਮੇਰਾ ਚਾਨਣ ਕੱਖ ਵੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਿਹਰੇ ਅੱਗੇ। ਤੁਹਾਡੇ ਚਿਹਰੇ ਦੀ ਸੁੰਦਰਤਾ ਅੱਗੇ ਚੰਦ ਵੀ ਸ਼ਰਮਿੰਦਾ ਹੋ ਗਿਆ। ਤੁਹਾਡੇ ਚਿਹਰੇ ਦੀ ਸੁੰਦਰਤਾ ਅੱਗੇ ਗੁਰੂ ਗੋਬਿੰਦ ਸਿੰਘ ਜੀ, ਦੁਨੀਆ 'ਤੇ ਚਾਨਣ ਕਰਨ ਵਾਲਾ ਸੂਰਜ, ਇਹ ਵੀ ਜਿਹੜਾ ਗੁਲਾਮ ਆ ਤੁਹਾਡਾ। ਮੇਰੀਆਂ ਅੱਖਾਂ ਹੁਣ ਆਪਣੇ ਪਿਆਰੇ ਤੋਂ ਬਿਨਾਂ, ਵਾਹਿਗੁਰੂ ਤੋਂ ਬਿਨਾਂ ਕੁਝ ਹੋਰ ਨਹੀਂ ਵੇਖ ਸਕਦੀਆਂ। ਧੰਨ ਹੈ ਉਹ ਅੱਖ, ਸੁਭਾਗਾਂ ਦੇ ਨਾਲ ਭਰੀ ਹੋਈ ਆ ਉਹ ਅੱਖ, ਜਿਹੜੀ ਕੇਵਲ ਆਪਣੇ ਵਾਹਿਗੁਰੂ ਨੂੰ ਹੀ ਵੇਖਦੀ ਆ, ਜਿਹੜੀ ਸਭ ਦੇ ਵਿੱਚ ਰੱਬ ਨੂੰ ਹੀ ਤੱਕਦੀ ਆ। ਉਹ ਸੁਭਾਗ ਭਰੀ ਅੱਖ ਆ ਜੋ ਹਰ ਜਗ੍ਹਾ ਵਾਹਿਗੁਰੂ ਨੂੰ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਭਾਈ ਕਨ੍ਹੱਈਆ ਜੀ ਦੇ ਵਾਂਗ ਹਰ ਦਿਲ ਵਿੱਚ ਰੱਬ ਨੂੰ ਤੱਕਦੀ ਆ। ਅਸੀਂ ਕਦੇ ਵੀ ਆਪਣੀ ਭਗਤੀ
ਅਸੀਂ ਕਦੇ ਵੀ ਆਪਣੀ ਬੰਦਗੀ ਕਰਨ ਦੀ ਡੀਂਗ ਨਹੀਂ ਮਾਰਦੇ ਭਾਈ ਨੰਦ ਲਾਲ ਜੀ। ਜੇਕਰ ਮੈਂ ਪਾਪੀ ਹਾਂ, ਵਾਹਿਗੁਰੂ ਬਖਸ਼ਣਹਾਰ ਹੈ। ਜੇ ਮੈਂ ਗਲਤੀਆਂ ਦਾ ਪੁਤਲਾ ਹਾਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਬੜੇ ਹੋਏ ਔਗਣਾਂ ਨਾਲ ਭਰੇ ਹੋਏ ਲੋਕ ਜਿਹੜੇ ਆ ਉਹਨਾਂ ਨੂੰ ਗਲ ਨਾਲ ਲਾਉਣ ਵਾਲੇ ਆ। ਅਸੀਂ ਕਦੀ ਵੀ ਆਪਣੀ ਭਗਤੀ ਇਬਾਦਤ ਕਰਨ ਦੀ ਡੀਂਗ ਛੇਕੀ ਨਹੀਂ ਮਾਰਦੇ। ਭਾਵ ਕਿ ਕਈ ਲੋਕਾਂ ਨੂੰ ਇਹ ਹੁੰਦਾ, ਉਹ ਕੁਝ ਦਿਨ ਕਰਦੇ ਆ ਬੰਦਗੀ, ਬਾਅਦ ਵਿੱਚ ਉਹ ਦੱਸਣ ਲੱਗ ਜਾਂਦੇ ਆ ਕਿ ਮੈਂ ਇਸ ਤਰ੍ਹਾਂ ਕਰਦਾ, ਮੈਂ ਇਹ ਕੀਤਾ, ਮੈਨੂੰ ਇੰਨੇ ਸਾਲ ਹੋ ਗਏ ਸੇਵਾ ਕਰਦੇ ਨੂੰ। ਇਹ ਚੀਜ਼ਾਂ ਦੀ ਦੱਸੋ ਭਲਾ, ਦੱਸਣ ਦੀ ਕੀ ਲੋੜ ਆ? ਜਿਹਨੂੰ ਤੁਸੀਂ ਦੱਸ ਰਹੇ ਹੋ, ਦੱਸਣ ਦੇ ਨਾਲ ਨਾ ਤਾਂ ਸੇਵਾ ਉਹਨੂੰ ਮਿਲਣੀ ਆ ਜਿਹਨੂੰ ਤੁਸੀਂ ਦੱਸ ਰਹੇ ਹੋ। ਜੋ ਤੁਹਾਡੇ ਤੋਂ ਪੁੱਛ ਰਿਹਾ, ਜੇ ਤੁਸੀਂ ਦੱਸ ਵੀ ਦਿੱਤਾ ਮੈਂ ਇੰਨੀ ਬਾਣੀ ਪੜ੍ਹਦਾ, ਉਹਨੂੰ ਦੱਸਣ ਦੇ ਨਾਲ ਉਹਨੂੰ ਕਿਹੜਾ ਮਿਲਣੀ ਆ? ਤੁਹਾਨੂੰ ਤੁਹਾਡੀ ਕੀਤੀ ਹੀ ਇਬਾਦਤ ਮਿਲਣੀ ਆ। ਦੱਸਣ ਦੇ ਨਾਲ ਇੰਨਾ ਜ਼ਰੂਰ ਹੋ ਜਾਊਗਾ, ਹਉਮੈ ਜ਼ਰੂਰ ਆ ਜੂ। ਮੈਂ ਫਲਾਣੇ ਨੂੰ ਕਹਾਂ ਇੰਨੀ ਬੰਦਗੀ ਕਰਦਾ, ਫਲਾਣੇ ਨੂੰ ਕਹਾਂ ਇੰਨੇ ਸਾਲ ਤੋਂ ਸੇਵਾ ਮੈਂ ਕੀਤੀ ਗੁਰੂ ਘਰ, ਇਹ ਮੈਂ ਕੀਤਾ, ਉਹ ਮੈਂ ਕੀਤਾ। ਅਸੀਂ ਕਦੀ ਵੀ ਆਪਣੀ ਭਗਤੀ ਜਾਂ ਸੇਵਾ ਜੋ ਵੀ ਅਸੀਂ ਕੀਤੀ ਆ ਉਹਦੀ ਡੀਂਗ ਨਹੀਂ ਮਾਰਦੇ, ਉਹਦੀ ਛੇਕੀ ਨਹੀਂ ਮਾਰਦੇ। ਭਾਈ ਨੰਦ ਲਾਲ ਜੀ, ਰੱਬ ਜਾਣਦਾ ਕਿਤਨਾ ਸਮਾਂ ਮੈਂ ਵਾਹਿਗੁਰੂ ਦਾ ਜਾਪ ਕਰਦਾ, ਦਿਲੋਂ ਕਰਦਾ ਉਹ ਵੀ ਉਹਨੂੰ ਪਤਾ, ਉੱਪਰੋਂ ਕਰਦਾ ਉਹ ਵੀ ਉਹ ਜਾਣਦਾ। ਹੁਣ ਦੁਨੀਆ ਦੇ ਲੋਕਾਂ ਨੂੰ ਦੱਸਣ ਦੀ ਕੀ ਲੋੜ ਹੈ? ਜੇ ਮੈਂ ਔਗਣਾਂ ਨਾਲ ਭਰਿਆ ਵੀ ਹੋਵਾਂ ਕੋਈ ਗਮ ਨਹੀਂ, ਵਾਹਿਗੁਰੂ ਬਖਸ਼ਣਹਾਰ ਹੈ। ਕਿਸੇ ਦੂਜੇ ਨੂੰ ਅਸੀਂ ਹੋਰ ਵਿੱਚ ਕਿੱਥੋਂ ਲੈ ਆਈਏ, ਹੋਰ ਦੀ ਗੱਲ ਕਿਉਂ ਕਰੀਏ? ਉਹ ਇੱਕ ਹੀ ਹੈ, ਚਾਰੇ ਪਾਸੇ ਉਹਦਾ ਹੀ ਰੌਲਾ ਹੈ। ਉਹ ਇੱਕ ਦਾ ਹੀ ਚਾਰੇ ਪਾਸੇ ਰੌਲਾ ਪਿਆ ਹੈ। ਏਕੋ ਕਹੀਐ ਨਾਨਕਾ, ਦੂਜਾ ਕਾਹੇ ਕੂ। ਦੂਜੇ ਦੀ ਗੱਲ ਕਿੱਥੋਂ ਲੈ ਕੇ ਆਈਏ? ਸਾਰੇ ਪਾਸੇ ਰੌਲਾ ਰੱਪਾ ਇੱਕੋ ਦਾ ਹੀ ਆ। ਦੁਨੀਆ ਦੇ ਜਿੰਨੇ ਲੋਕ ਆ ਇਹ ਸਾਰੇ ਵਾਹਿਗੁਰੂ ਦੇ ਬਣਾਏ ਆ। ਦੁਨੀਆ 'ਤੇ ਜਿੰਨੇ ਫੁੱਲ ਆ ਰੱਬ ਨੇ ਖਿਡਾਏ ਆ। ਜਿੰਨਾ ਵੀ ਰੌਲਾ ਰੱਪਾ ਪਾ ਰਿਹਾ ਦੁਨੀਆ ਦੇ ਲੋਕ ਪਾ ਰਹੇ ਆ, ਇਹਨਾਂ ਨੂੰ ਬਣਾਇਆ ਰੱਬ ਨੇ ਆ। ਜਿਸ ਕਰਕੇ ਸਾਰੇ ਜਹਾਨਾਂ ਦੀ ਪਾਤਸ਼ਾਹੀ ਅੱਲਾ ਦੀ ਆ, ਸਾਰੇ ਪਾਸੇ ਉਹਦਾ ਹੀ ਰੌਲਾ ਰੱਪਾ ਪਿਆ ਹੋਇਆ ਹੈ। ਨੰਦ ਲਾਲ ਦੀ ਜੀਭ ਉੱਪਰ ਅੱਜ ਤੱਕ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਜੀ ਗੱਲ ਨਹੀਂ ਆਉਂਦੀ, ਹੋਰ ਕੋਈ ਦੂਜਾ ਅੱਖਰ ਨਹੀਂ ਆਉਂਦਾ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਇਹ ਆ, ਵਾਹਿਗੁਰੂ ਜਿਹੜਾ ਹੈ ਉਹ ਬਖਸ਼ਣਹਾਰ ਹੈ। ਵਾਹਿਗੁਰੂ ਜਿਹੜਾ ਹੈ ਉਹ ਸਾਡੇ ਪਾਪਾਂ ਨੂੰ ਬਖਸ਼ਣ ਵਾਲਾ ਹੈ। ਇਹ ਕਹਿਣ ਵਾਲੇ ਭਾਈ ਨੰਦ ਲਾਲ ਸਾਹਿਬ ਜੀ ਆ। ਸੋ ਗੁਰੂ ਪਿਆਰਿਓ, ਇਤਨਾ ਰੋਸ਼ਨ ਦਿਮਾਗ ਹੋਣਾ, ਇਸ ਤਰ੍ਹਾਂ ਦੀਆਂ ਗੱਲਾਂ ਕਹਿਣੀਆਂ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ। ਕਿ ਅਸੀਂ ਆਪਣੀਆਂ ਗੱਲਾਂ ਵਿੱਚ ਕਦੇ ਹੋਰ ਦੂਜੇ ਦੀ ਜਗ੍ਹਾ ਆਪਣੀ ਜੀਭ ਨੂੰ ਦਿੱਤੀ ਨਹੀਂ ਕਦੇ। ਜੇ ਜੀਭ ਬੋਲਦੀ ਆ ਕੇਵਲ ਤੇ ਕੇਵਲ ਵਾਹਿਗੁਰੂ ਦੇ ਬਾਰੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ ਬੋਲਦੀ ਹੈ। ਹੁਣ ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਦੇਖੀਏ, ਭਾਈ ਸਾਹਿਬ ਜੀ ਨੇ ਤਾਂ ਕਹਿ ਦਿੱਤਾ ਇਹ, ਉਹਨਾਂ ਦੀ ਕਿਤਾਬ ਤਾਂ ਤੇ ਰਾਤ ਨੂੰ ਸਿਰਹਾਣੇ ਰੱਖ ਕੇ ਸੌਣ ਵਾਲੀ ਗੱਲ ਆ। ਉਹਨਾਂ ਦੀਆਂ ਲਿਖਤਾਂ ਤਾਂ ਦਿਲ ਨੂੰ ਛੂਹ ਜਾਂਦੀਆਂ ਨੇ। ਉਹਨਾਂ ਦੀਆਂ ਲਿਖਤਾਂ ਤਾਂ ਦਿਲ 'ਤੇ ਲਿਖਣ ਵਾਲੀਆਂ ਨੇ, ਕਦੇ ਨਾ ਭੁਲਾਉਣ ਵਾਲੀਆਂ ਨੇ। ਪਰ ਗੱਲ ਆਪਾਂ ਆਪਣੇ ਜੀਵਨ ਦੀ ਜੇ ਸੋਚੀਏ, ਸਾਰਾ ਦਿਨ ਕਿਤਨੀ ਕੁ ਵਾਰ ਅਸੀਂ ਸਾਡੀਆਂ ਗੱਲਾਂ 'ਚ ਉਹਦਾ ਜ਼ਿਕਰ ਆ। ਜੇ ਹੁੰਦਾ ਵੀ ਆ ਉੱਪਰੋਂ ਹੀ ਹੁੰਦਾ। ਇਹ ਸੱਚ ਕਰਕੇ ਜਾਣੋ, ਜੇ ਜ਼ਿਕਰ ਹੁੰਦਾ ਵੀ ਆ ਤਾਂ ਉਹ ਉੱਪਰੋਂ ਹੁੰਦਾ ਹੈ। ਸੁੰਦਰ ਮੁਖੜੇ ਦੇਖ ਤੇਰੇ ਨੂੰ, ਪੰਜਾਬੀ ਦਾ ਉਹ ਲੱਥਾ ਕੀਤਾ ਕਿਸੇ ਵਿਦਵਾਨ ਨੇ। ਇਹੀ ਗਜ਼ਲ ਦਾ, ਸੁੰਦਰ ਮੁਖੜੇ ਦੇਖ ਤੇਰੇ ਨੂੰ, ਦੀਨ ਪਿਆ ਸ਼ਰਮਾਵੇ, ਜੱਗ ਨੂੰ ਰੋਸ਼ਨ ਕਰਨ ਵਾਲਾ ਸੂਰਜ ਵੀ ਗਮ ਖਾਵੇ। ਅੱਖ ਮੇਰੀ ਨੂੰ ਹਰਗਿਜ਼ ਵਾਹਿਗੁਰੂ ਬਿਨਾਂ ਦਿਸਦਾ ਨਾ, ਭਾਗਾਂ ਵਾਲੀ ਅੱਖ ਵੀ ਉਹੀ ਜਿਸ ਰੱਬ ਨਜ਼ਰੀ ਆਵੇ। ਅੱਖ ਮੇਰੀ ਨੂੰ ਹਰਗਿਜ਼ ਵਾਹਿਗੁਰੂ ਬਿਨਾਂ ਦਿਸਦਾ ਨਾ,
ਭਾਗਾਂ ਵਾਲੀ ਅੱਖ ਵੀ ਉਹੀ ਜਿਸ ਰਬ ਨਜ਼ਰੀ ਆਵੇ। ਮੈਂ ਨਾ ਕਦੇ ਵੀ ਮਾਨ ਕਰੇਂਦਾ, ਮੈਂ ਨਾ ਕਦੇ ਵੀ ਮਾਨ ਕਰੇਂਦਾ, ਭਗਤੀ ਭਜਨ ਵਿਖਾਵੇ ਦਾ। ਜੇਕਰ ਮੈਂ ਹਾਂ ਔਗਣ ਹਾਰਾ, ਰੱਬ ਬਖਸ਼ਣ ਹਾਰ ਕਹਾਵੇ। ਦੂਜਾ ਹੋਰ ਨ ਕੋਈ ਹੋਇਆ, ਕਿੱਥੋਂ ਜਾ ਮੈਂ ਲਿਆਵਾਂ, ਜਦ ਕਿ ਸਾਰੇ ਜੱਗ ਦੇ ਅੰਦਰ ਇੱਕ ਹੀ ਸ਼ੋਰ ਮਚਾਵੇ। ਜਦ ਕਿ ਸਾਰੇ ਜੱਗ ਦੇ ਅੰਦਰ ਇੱਕ ਹੀ ਸ਼ੋਰ ਮਚਾਵੇ। ਜਿਹੜੀ ਮੈਨੂੰ ਸਭ ਤੋਂ ਸੋਹਣੀ ਇਹਦੇ ਵਿੱਚ ਨਜ਼ਮ ਲੱਗੀ, ਪੰਗਤੀ ਲੱਗੀ, ਉਹ ਇਹੀ ਆ। ਅੱਖ ਮੇਰੀ ਨੂੰ ਹਰਗਿਜ਼ ਹਰਗਿਜ਼ ਵਾਹਿਗੁਰੂ ਬਿਨ ਦਿਸਦਾ ਨਾ। ਮੇਰੀ ਅੱਖ ਨੂੰ ਵਾਹਿਗੁਰੂ ਤੋਂ ਬਿਨਾਂ ਹੋਰ ਕੁਝ ਨਹੀਂ ਦਿਖਦਾ। ਭਾਗਾਂ ਵਾਲੀ ਅੱਖ ਵੀ ਉਹੀ। ਅੱਖਾਂ ਬਹੁਤ ਆ ਦੁਨੀਆ 'ਤੇ, ਸਾਰੀਆਂ ਹੀ ਅੱਖਾਂ ਨੇ, ਸਭ ਕੋਲ ਅੱਖਾਂ ਨੇ। ਜਿੰਨੇ ਲੋਕ ਨੇ, ਕਿਸੇ ਦੀ ਨਿਗਾਹ ਵੱਧ ਘੱਟ ਹੋ ਸਕਦੀ ਆ, ਪਰ ਜੇ ਕਿਸੇ ਦੀ ਨਿਗਾਹ ਘੱਟ ਵੀ ਆ, ਕੋਈ ਅੰਨਾ ਵੀ ਆ, ਭਾਗਾਂ ਵਾਲੀ ਅੱਖ ਵੀ ਉਹੀ। ਪਰ ਜੇ ਉਹ ਅੰਨੇ ਹੋ ਕੇ ਵੀ ਰੱਬ ਨੂੰ ਦੇਖ ਰਿਹਾ ਹਰ ਜਗ੍ਹਾ, ਭਾਗਾਂ ਵਾਲੀ ਅੱਖ ਹੈ ਉਹੀ ਜਿਸ ਰੱਬ ਨਜ਼ਰੀ ਆਵੇ। ਤਾਂ ਉਹ ਭਾਗ ਭਰੀ ਅੱਖ ਆ। ਦੁਨੀਆ 'ਚ ਇਹੋ ਜਿਹੇ ਅੰਨੇ ਬਹੁਤ ਆ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ। ਇਹਨਾਂ ਦੀ ਗਿਣਤੀ ਥੋੜ੍ਹੀ ਆ। ਦੁਨੀਆ 'ਚ ਐਸੇ ਅੰਧਿਆਂ ਨਾਲ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਆਪਦਾ ਗੁਰੂ ਜਾਂ ਆਪਦਾ ਰੱਬ ਨਹੀਂ ਦਿਖਾਈ ਦਿੰਦਾ। ਸੋ ਭਾਈ ਨੰਦ ਲਾਲ ਸਾਹਿਬ ਜੀ ਦੇ ਬਚਨ ਇਤਨੇ ਪਿਆਰੇ ਨੇ, ਜ਼ਿੰਦਗੀ ਨੂੰ ਬਦਲਣ ਵਾਲੇ ਆ। ਤੇਰੇ ਚਿਹਰੇ ਦੀ ਸੁੰਦਰਤਾ ਅੱਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੰਦ ਸ਼ਰਮਿੰਦਾ ਵਾ। ਚੰਦ ਕੀ ਆ? ਕੁਝ ਵੀ ਨਹੀਂ। ਚੰਦਰਮਾ ਬਹੁਤ ਕੁਝ ਆ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਅੱਗੇ ਸ਼ਰਮਿੰਦਾ। ਸ਼ਰਮਿੰਦਾ ਕਿਸ ਗੱਲੋਂ ਆ? ਵੀ ਇਹ ਮੇਰੇ ਤੋਂ ਵੀ ਜ਼ਿਆਦਾ ਕਈ ਗੁਣਾ, ਅਨੰਤ ਗੁਣਾ ਸੋਹਣੇ ਆ। ਦੁਨੀਆ ਦੇ ਲੋਕ ਮੇਰੀਆਂ ਉਦਾਹਰਨਾਂ ਦਿੰਦੇ ਆ, ਪਰ ਮੈਂ ਤਾਂ ਇਹਨਾਂ ਅੱਗੇ ਫਿੱਕਾ, ਮੈਂ ਸ਼ਰਮਿੰਦਾ ਹੋ ਗਿਆ। ਜੱਗ ਦਾ ਜਿਹੜਾ ਸੂਰਜ ਆ, ਜਿਹੜਾ ਕੈਨੇਡਾ ਵੀ ਚੜ੍ਹਦਾ, USA ਅਮਰੀਕਾ ਵੀ ਆ, ਇੱਥੇ ਵੀ ਆ, ਸਾਰੇ ਕਿਤੇ ਚੜ੍ਹਦਾ। ਦੁਨੀਆ ਦਾ ਜਿਹੜਾ ਸੂਰਜ ਆ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੁੰਦਰਤਾ ਦਾ ਗੁਲਾਮ ਹੈ। ਉਹਨਾਂ ਦੇ ਅੱਗੇ ਗੁਲਾਮ ਆ। ਇਹਦੇ ਵਿੱਚ ਨੂਰ ਆ, ਇਹਦੇ ਵਿੱਚ ਚਾਨਣ ਆ, ਇਹਦੇ ਵਿੱਚ ਪ੍ਰਕਾਸ਼ ਆ। ਪਰ ਇਹ ਨੰਦ ਲਾਲ, ਇਹ ਜਿਹੜਾ ਸੂਰਜ ਆ ਨਾ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨੂਰ ਅੱਗੇ, ਉਹਨਾਂ ਦੇ ਪ੍ਰਕਾਸ਼ ਅੱਗੇ, ਉਹਨਾਂ ਦੀ ਸੁੰਦਰਤਾ ਅੱਗੇ, ਉਹਨਾਂ ਦੇ ਪ੍ਰਕਾਸ਼ ਅੱਗੇ ਬਿਲਕੁਲ ਫਿੱਕਾ। ਇਹ ਸਿਰਫ ਗੁਲਾਮ ਆ ਉਹਨਾਂ ਦਾ। ਉਹ ਕਹਿਣ 'ਤੇ ਚੜ੍ਹ ਜਾਂਦਾ, ਉਹ ਕਹਿਣ 'ਤੇ ਛਿਪ ਜਾਂਦਾ, ਉਹ ਕਹਿਣ 'ਤੇ ਬੱਦਲਾਂ ਓਲੇ ਹੋ ਜਾਂਦਾ, ਉਹ ਕਹਿਣ 'ਤੇ ਬੱਦਲਾਂ ਤੋਂ ਬਾਹਰ ਆ ਜਾਂਦਾ। ਮੇਰੀਆਂ ਅੱਖਾਂ ਨੇ ਕਦੇ ਵਾਹਿਗੁਰੂ ਤੋਂ ਬਿਨਾਂ ਕਦਾਚਿਤ ਵੀ ਹੋਰ ਕੁਝ ਨਹੀਂ ਤੱਕਿਆ। ਕਹਿਣ ਦਾ ਭਾਵ ਕੀ ਆ? ਮੇਰੀਆਂ ਅੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਿਨਾਂ ਹੋਰ ਕਦੇ ਕਿਸੇ ਨੂੰ ਦੇਖਿਆ ਹੀ ਨਹੀਂ। ਇਹ ਨਹੀਂ ਕਿ ਭਾਈ ਨੰਦ ਲਾਲ ਜੀ ਕਦੇ ਕਿਸੇ ਵੱਲ ਦੇਖਦੇ ਨਹੀਂ। ਔਰੰਗਜ਼ੇਬ ਦੇ ਦਰਬਾਰ 'ਚ ਵੀ ਰਹਿੰਦੇ ਰਹੇ ਆ, ਉੱਥੇ ਵੀ ਉਹ ਵਿਆਖਿਆ ਕਰਦੇ ਰਹੇ ਆ ਆਇਤਾਂ ਦੀ, ਅਤੇ ਉਦੋਂ ਬਾਅਦ ਉਹਨਾਂ ਨੇ ਅਨੰਦਪੁਰ ਆਉਣਾ ਕੀਤਾ। ਇਸ ਕਰਕੇ ਕਿ ਬਾਅਦ ਵਿੱਚ ਜਦੋਂ ਉਹਨਾਂ ਦਾ ਜੀਵਨ ਅਨੰਦਪੁਰ ਆ ਕੇ ਬਦਲਦਾ, ਉਸ ਤੋਂ ਬਾਅਦ ਉਹ ਕਹਿੰਦੇ ਮੈਨੂੰ ਹੋਰ ਕੁਝ ਨਹੀਂ ਨਜ਼ਰ ਆਇਆ। ਜੋ ਮੈਂ ਦੇਖਿਆ ਉਹ ਗੁਰੂ ਗੋਬਿੰਦ ਸਿੰਘ ਜੀ ਆ ਚਾਰੇ ਪਾਸੇ। ਕਿੰਨੇ ਭਾਗਾਂ ਵਾਲੀ ਅੱਖ ਆ ਜਿਹੜੀ ਵਾਹਿਗੁਰੂ ਨੂੰ ਵੇਖਦੀ ਆ। ਅਸੀਂ ਕਦੇ ਵੀ ਆਪਣੀ ਭਗਤੀ, ਆਪਣੀ ਸੇਵਾ, ਇਹਦੀਆਂ ਡੀਂਗਾਂ ਨਹੀਂ ਮਾਰਦੇ ਕਿ ਮੈਂ ਕਿੰਨੀ ਭਗਤੀ ਕਰਦਾ, ਕਿੰਨੀ ਬੰਦਗੀ ਕਰਦਾ। ਨੰਦ ਲਾਲ ਕਦੇ ਵੀ ਇਹਦੀਆਂ ਡੀਂਗਾਂ ਨਹੀਂ ਮਾਰਦਾ, ਸ਼ੇਕੀਆਂ ਨਹੀਂ ਮਾਰਦਾ। ਇਸ ਤਰ੍ਹਾਂ ਆਪਦੀ ਸੋਭਾ ਆਪਦੇ ਮੂੰਹੋਂ ਨਹੀਂ ਕਰਦਾ। ਰੱਬ ਜਾਣਦਾ ਕਿ ਮੇਰੀਆਂ ਲਿਖਤਾਂ ਵਿੱਚ ਰੱਬੀ ਪਿਆਰ ਹੈ ਕਿ ਨਹੀਂ। ਮੈਂ ਆਪਣੇ ਮੂੰਹੋਂ ਨਹੀਂ ਕਹਿੰਦਾ। ਨੰਦ ਲਾਲ ਦੀਆਂ ਲਿਖਤਾਂ ਇੰਨੀਆਂ ਸੋਹਣੀਆਂ ਨੇ, ਇਹ ਗੁਰੂ ਗੋਬਿੰਦ ਸਿੰਘ ਜੀ ਜਾਣਦੇ ਆ। ਜੇ ਮੈਂ ਪਾਪੀ ਹਾਂ, ਜੇ ਮੈਂ ਪਾਪੀ ਵੀ ਹਾਂ, ਉਹ ਬਖਸ਼ਣਹਾਰ ਆ। ਜੇ ਮੈਂ ਗੁਨਾਹਾਂ ਦਾ ਪੁਤਲਾ ਹਾਂ, ਗਲਤੀਆਂ ਦਾ ਮੁਜੱਸਮਾ ਹਾਂ, ਉਹ ਮੈਨੂੰ ਬਖਸ਼ ਲਵੇਗਾ, ਮੈਂ ਜਾਣਦਾ ਹਾਂ। ਇਹ ਕਹਿਣ ਵਾਲੇ ਭਾਈ ਨੰਦ ਲਾਲ ਜੀ ਆ। ਫਿਰ ਕਹਿੰਦੇ ਅਸੀਂ ਕਿਸੇ ਦੂਜੇ ਨੂੰ ਆਪਦੇ ਦਿਲ 'ਚ ਕਿੱਥੋਂ ਲਿਆਈਏ। ਆਪਦੇ ਦਿਲ 'ਚ ਮੈਂ ਆਪਦੀਆਂ ਗੱਲਾਂ 'ਚ
ਆਪਦੀਆਂ ਲਿਖਤਾਂ ਵਿੱਚ ਕਿਵੇਂ ਕਿਸੇ ਦੂਜੇ ਨੂੰ ਲਿਆ ਸਕਦਾ, ਕਿਉਂ ਲਿਆ ਸਕਦਾ, ਕਿਉਂ ਨਹੀਂ ਲਿਆ ਸਕਦਾ? ਕਿਉਂਕਿ ਚਾਰੇ ਪਾਸੇ ਇੱਕੋ ਹੀ ਚੀਜ਼ ਆ, ਇੱਕੋ ਹੀ ਆ, ਸਾਰੇ ਪਾਸੇ ਉਹਦਾ ਹੀ ਰੌਲਾ ਰੱਪਾ, ਮੈਨੂੰ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਇੱਕੋ ਪੱਟੀ ਕਲਮ ਆਪ, ਉੱਪਰ ਲੇਖ ਭੇ ਤੂੰ, ਇੱਕੋ ਕਹੀਏ ਨਾਨਕਾ, ਦੂਜਾ ਕਾਹੇ ਕੋ, ਦੂਜਾ ਕਾਹੇ ਸਿਮਰੀਐ, ਜੰਮੈ ਤੈ ਮਰ ਜਾਏ, ਇੱਕੋ ਸਿਮਰੋ ਨਾਨਕਾ, ਜੋ ਸਭ ਮੈਂ ਰਿਹਾ ਸਮਾਏ। ਦੂਜਾ ਕਾਹੇ ਸਿਮਰੀਐ, ਜੋ ਜੰਮੇ ਤੇ ਮਰ ਜਾਏ। ਦੂਜੇ ਨੂੰ ਕਿਉਂ ਸਿਮਰੀਏ ਜਿਹੜਾ ਜੰਮਦਾ ਮਰ ਜਾਂਦਾ? ਇੱਕੋ ਸਿਮਰੋ ਨਾਨਕਾ, ਇੱਕੋ ਨੂੰ ਹੀ ਸਿਮਰੋ ਨਾ। ਕੁਰਾਨ ਸ਼ਰੀਫ ਵੀ ਇਸ ਗੱਲ ਦੀ ਹਾਮੀ ਭਰਦੀ ਆ। ਚਾਰੇ ਪਾਸੇ ਉਹਦਾ ਹੀ ਰੌਲਾ ਰੱਪਾ, ਅੱਲਾ ਦਾ ਹੀ ਰੌਲਾ ਰੱਪਾ, ਅੱਲਾ ਤੋਂ ਬਿਨਾਂ ਕੋਈ ਵੀ ਨਹੀਂ। ਉਹ ਵੀ ਇਹੀ ਕਹਿ ਰਹੀ ਹੈ। ਭਾਗਵਤ ਗੀਤਾ ਦੇ ਬੋਲ ਵੀ ਇਹੀ ਕਹਿ ਰਹੇ ਆ। ਗ੍ਰੰਥ ਜਿੰਨੇ ਵੀ ਧਰਮਾਂ ਦੇ ਗ੍ਰੰਥ ਆ ਉਹ ਸਾਰੇ ਚੰਗੀਆਂ ਗੱਲਾਂ ਹੀ ਕਹਿ ਰਹੇ ਆ। ਧਰਮਾਂ ਦੇ ਵਿੱਚ ਲੋਕ ਹੀ ਕੁਝ ਐਸੇ ਆ ਜਾਂਦੇ ਆ, ਉਹ ਆਪਣੇ ਧਰਮ ਦਾ ਨਾਮ ਬਦਨਾਮ ਕਰ ਦਿੰਦੇ ਆ। ਧਰਮ ਕੋਈ ਨਹੀਂ ਮਾੜਾ, ਲੋਕ ਜਿਹੜੇ ਆ ਸਾਰੇ ਧਰਮਾਂ ਦੇ ਚੰਗੇ ਹੁੰਦੇ ਆ, ਪਰ ਕੁਝ ਗਲਤ ਅਨਸਰ ਇਹੋ ਜਿਹੇ ਨੇ ਜਿਹੜੇ ਆਪਦੇ ਧਰਮਾਂ ਦਾ ਨਾਮ ਵਿਗਾੜ ਦਿੰਦੇ ਆ। ਤਾਂ ਨੰਦ ਲਾਲ ਦੀ ਜੀਭ ਤੇ ਵਾਹਿਗੁਰੂ ਬਿਨਾਂ ਕੋਈ ਦੂਜਾ ਅੱਖਰ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਕਿਉਂਕਿ ਸਾਰੇ ਪਾਸੇ ਉਹੀ ਆ, ਅਤੇ ਉਹੀ ਆ ਬਖਸ਼ਣਹਾਰ, ਉਹੀ ਆ ਪਾਲਣਹਾਰ, ਉਹੀ ਆ ਸਾਰੇ ਸ੍ਰਿਸ਼ਟੀ ਦਾ ਮਾਲਕ। ਹੁਣ ਇਹ ਗੱਲਾਂ ਜਿਹੜੀਆਂ ਨੇ ਨਾ ਤਾਂ ਇਹ ਬਾਜ਼ਾਰ 'ਚੋਂ ਮਿਲਣੀਆਂ, ਨਾ ਸਟੋਰਾਂ 'ਚੋਂ ਮਿਲਣੀਆਂ, ਨਾ ਸੱਥਾਂ 'ਚੋਂ ਮਿਲਣੀਆਂ। ਇਹ ਸਿਰਫ ਗੁਰੂ ਦੇ ਕੋਲ ਬਹਿ ਕੇ ਹੀ ਪ੍ਰਾਪਤ ਹੁੰਦੀਆਂ ਨੇ, ਹੋਰ ਕੋਈ ਰਾਹ ਨਹੀਂ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਤਾਂ ਇਹ ਵਾਲਾ ਜਿਹੜਾ ਜੀਵਨ ਆ ਗੁਰੂ ਮਹਾਰਾਜ ਕਿਰਪਾ ਕਰਨ ਤੇ ਬਣ ਜਾਂਦਾ ਹੈ। ਗੁਰੂ ਮਹਾਰਾਜ ਕਿਰਪਾ ਕਰਨ ਤੇ ਵਾਹਿਗੁਰੂ ਦੀ ਬੰਦਗੀ ਹੁੰਦੀ ਹੈ। ਇਸ ਕਰਕੇ ਉਹ ਕਹਿੰਦੇ ਆ, ਅੱਖ ਮੇਰੀ ਨੂੰ ਹਰਗਿਜ਼ ਹਰਗਿਜ਼ ਵਾਹਿਗੁਰੂ ਬਿਨ ਦਿਸਦਾ ਨਾ, ਭਾਗਾਂ ਵਾਲੀ ਅੱਖ ਵੀ ਉਹੀ ਜਿਸ ਰੱਬ ਨਜ਼ਰੀ ਆਵੇ। ਮੈਂ ਨਾ ਕਦੇ ਵੀ ਮਾਨ ਕਰਿੰਦਾ, ਮੈਂ ਨਾ ਕਦੇ ਵੀ ਮਾਨ ਕਰਿੰਦਾ, ਭਗਤੀ ਭਜਨ ਵਿਖਾਵੇ ਦਾ। ਜੇਕਰ ਮੈਂ ਹਾਂ ਔਗਣਹਾਰਾ, ਰੱਬ ਬਖਸ਼ਣਹਾਰ ਹੈ। ਭਗਤੀ ਭਜਨ ਵਿਖਾਵੇ ਦੀ ਕਦੇ ਵੀ ਡੀਂਗ ਨਾ ਮਾਰੋ, ਕਦੇ ਨਾ ਕਹੋ ਮੈਂ ਇਤਨਾ ਸਾਲ ਸੇਵਾ ਕੀਤੀ ਹੈ, ਕਦੇ ਵੀ। ਜੇ ਕਹਿਤਾ ਜ਼ੀਰੋ ਆ ਸਭ ਕੁਝ। ਜਿੱਥੇ ਕਹਿਤਾ ਕਿ ਮੈਂ ਕੀਤਾ ਉੱਥੇ ਜ਼ੀਰੋ ਆ, ਕਰਕੇ ਵੀ ਗਵਾ ਲਿਆ। ਇੱਕ ਮੈਂ ਵੈਸੇ ਆਪਾਂ ਨੂੰ ਪੜਨਾਮ ਦੇ ਤੌਰ 'ਤੇ ਵਰਤਣਾ ਪੈਂਦਾ। ਉਹ ਗੱਲ ਹੋਰ ਹੁੰਦੀ ਆ ਕਿ ਮੈਂ ਬਾਜ਼ਾਰ ਚੱਲਿਆ, ਮੈਂ ਇਹ ਕੰਮ ਕਰ ਦਿੰਦਾ, ਇਹ ਗੱਲ ਹੋਰ ਆ। ਉਹ ਮੈਂ ਉੱਥੇ ਨਾਮ ਦੀ ਜਗ੍ਹਾ ਵਰਤਿਆ ਪੜਨਾਮ। ਇੱਕ ਮੈਂ ਉਹ ਹੁੰਦੀ ਆ ਜਿੱਥੇ ਤੁਹਾਡੀ ਈਗੋ ਆਉਂਦੀ ਆ, ਜਿੱਥੇ ਹੰਕਾਰ ਆਉਂਦਾ। ਮੈਂ ਸ਼ਬਦ ਦੇ ਵੀ ਦੋ ਅਰਥ ਨਿਕਲ ਜਾਂਦੇ ਆ। ਮੈਂ ਪੜਨਾਮ ਆ, ਹਰ ਜਗ੍ਹਾ ਆਪਾਂ ਆਪਣਾ ਨਾਮ ਨਹੀਂ ਲੈਂਦੇ, ਮੈਂ ਫਲਾਣਾ ਸਿੰਘ, ਮੈਂ ਫਲਾਣਾ ਸਿੰਘ, ਉਹਦੀ ਜਗ੍ਹਾ ਹੀ ਆਪਾਂ ਮੈਂ ਵਰਤਦੇ ਹਾਂ। ਮੈਂ ਪੜਨਾਮ ਆ, ਪਰ ਜੇ ਮੈਂ ਈਗੋ ਬਣ ਜੇ, ਮੈਂ ਹੰਕਾਰ ਬਣ ਜੇ, ਫਿਰ ਇਹਦੇ ਲਈ ਕੋਈ ਜਗ੍ਹਾ ਨਹੀਂ ਬਣਦੀ। ਗੁਰੂ ਨਾਨਕ ਸਾਹਿਬ ਜੀ ਦੀ ਇੱਕ ਸਾਖੀ ਆਉਂਦੀ ਆ ਬਹੁਤ ਪਿਆਰੀ। ਆਪ ਜੀ ਉਹ ਸਰਵਣ ਕਰੋ, ਦੀਨ ਦੁਨੀ ਦੇ ਪਾਤਸ਼ਾਹ ਸੁਲਤਾਨਪੁਰ ਸਜੇ ਹੋਏ ਸੀ। ਬਹੁਤ ਪਿਆਰੀ ਲੱਗੀ ਮੈਨੂੰ। ਭਾਈ ਬਾਲਾ ਜੀ ਦੀ ਜਨਮ ਸਾਖੀ 'ਚੋਂ ਪੜ੍ਹੀ। ਜਦੋਂ ਗੁਰੂ ਨਾਨਕ ਸਾਹਿਬ ਜੀ ਸਜੇ ਹੋਏ, ਭਾਈ ਮਰਦਾਨਾ ਜੀ ਉਹਨਾਂ ਦਾ ਪਤਾ ਲੈਣ ਆਉਂਦੇ ਆ। ਪਰਿਵਾਰ ਦੇ ਮੈਂਬਰ ਕਹਿੰਦੇ ਆ, ਗੁਰੂ ਨਾਨਕ ਜੀ ਨੂੰ ਕਹੋ ਜਾ ਕੇ ਕਿ ਉਹ ਵਾਪਸ ਤਲਵੰਡੀ ਆਉਣ, ਬਹੁਤ ਸਮਾਂ ਹੋ ਗਿਆ, ਸਾਨੂੰ ਮਿਲ ਜਾਣ ਆ ਕੇ। ਭਾਈ ਮਰਦਾਨਾ ਜੀ ਕਹਿੰਦੇ, ਗੁਰੂ ਜੀ ਤੁਹਾਨੂੰ ਤੁਹਾਡਾ ਪਰਿਵਾਰ ਯਾਦ ਕਰ ਰਿਹਾ, ਉਹਨਾਂ ਦੀ ਜਿਹੜੀ ਹਾਲਤ ਆ, ਉਹਨਾਂ ਦੀ ਜਿਹੜੀ ਸੁੱਖ ਸਾਂਦ ਆ, ਉਹਦੇ ਬਾਰੇ ਪਤਾ ਲੈ ਲਓ ਜਾ ਕੇ। ਬਾਬੇ ਆਖਿਆ, ਮਰਦਾਨਿਆ ਤੂੰ ਸੱਚ ਹੀ ਕਿਹਾ, ਸਾਰੀ ਦੁਨੀਆ ਸਾਡਾ ਪਰਿਵਾਰ ਆ, ਅਸੀਂ ਸਾਰਿਆਂ ਦਾ ਹਾਲ ਚਾਲ ਪੁੱਛਣ ਜਾਣਾ ਚਾਹੁੰਦੇ ਹਾਂ, ਤੂੰ ਸਾਡੇ ਨਾਲ ਚੱਲੇਂਗਾ? ਸਾਰੇ ਪਰਿਵਾਰ ਦੀ ਸੁੱਖ ਸਾਂਦ ਪੁੱਛੀਏ, ਸਾਰੀ ਦੁਨੀਆ ਹੀ ਮੇਰਾ ਪਰਿਵਾਰ ਆ, ਤੁਸਾਂ ਜੀ ਨਾਲ ਚੱਲੋਗੇ? ਭਾਈ ਮਰਦਾਨਾ ਜੀ ਕੁਝ ਨਾ ਬੋਲੇ, ਉਦੋਂ ਤਿਆਰ ਨਹੀਂ ਸੀ ਜਾਣ ਨੂੰ, ਬੋਲੇ ਨਹੀਂ ਕੁਝ। ਫਿਰ ਬਾਬੇ ਆਖਿਆ,
ਮਰਦਾਨਿਆਂ, ਇਸ ਤਰ੍ਹਾਂ ਕਰੀਏ, ਕੋਈ ਸਾਜ਼ ਲੱਭੀਏ ਜਿਹਨੂੰ ਵਜਾਈਏ ਤੇ ਅੰਦਰ ਖਿੜ ਜਾਵੇ। ਦੁਨੀਆ ਵਿੱਚ ਬਹੁਤ ਸਾਜ਼ ਆ, ਪਰ ਸਾਨੂੰ ਲੱਗਦਾ ਇੱਕ ਰਬਾਬ ਹੀ ਐਸਾ ਸਾਜ਼ ਆ ਜਿਹੜਾ ਗੁਰਮੁਖੀ ਵਾਲਾ ਸਾਜ਼ ਆ। ਗੁਰਮੁਖੀ ਤੋਂ ਭਾਵ ਇਹ ਵਰਤਿਆ ਸ਼ਬਦ, ਕਈ ਵਾਰ ਆਪਾਂ ਕਹਿੰਦੇ ਗੁਰਮੁਖੀ ਲਿਪੀ। ਲਿਪੀ ਉਹ ਹਰ ਲਿਪੀ ਗੁਰਮੁਖੀ ਆ ਜਿਹੜਾ ਤੁਹਾਡਾ ਮੁੱਖ ਗੁਰੂ ਵੱਲ ਕਰ ਦੇਵੇ। ਸਾਡੇ ਲਈ ਉਹ ਪੰਜਾਬੀ ਆ। ਸਾਰੇ ਸਾਡੇ ਗ੍ਰੰਥ ਪੰਜਾਬੀ ਵਿੱਚ ਨੇ, ਚੰਗੀਆਂ ਕਿਤਾਬਾਂ ਪੰਜਾਬੀ 'ਚ ਨੇ, ਜਿਸ ਕਰਕੇ ਇਹ ਕਹਿਣਾ ਪੈਂਦਾ ਕਿ ਗੁਰਮੁਖੀ ਲਿਪੀ ਜਿਹੜਾ ਸਾਡਾ ਮੁੱਖ ਗੁਰੂ ਵੱਲ ਕਰ ਦੇਵੇ ਉਹ ਗੁਰਮੁਖੀ। ਉਹ ਸਾਜ਼ ਜਿਹੜਾ ਰਬਾਬ ਆ ਜਿਹੜਾ ਸਾਡਾ ਮੁੱਖ ਗੁਰੂ ਵੱਲ ਕਰੇਗਾ, ਰੱਬ ਵੱਲ ਕਰੇਗਾ, ਉਹ ਗੁਰਮੁਖੀ ਆ ਸਾਜ਼। ਇਹ ਲੈ ਕੇ ਆ ਮਰਦਾਨਿਆਂ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਉਧਾਰ ਕੋਈ ਨਹੀਂ ਦੇਵੇਗਾ, ਉਧਾਰ ਨਹੀਂ ਦੇਵੇਗਾ, ਪੈਸੇ ਤਾਂ ਦਿਓ ਜੀ। ਪੈਸੇ ਨਾਲ ਸਾਰੀਆਂ ਚੀਜ਼ਾਂ ਆਉਂਦੀਆਂ। ਬਾਬੇ ਆਖਿਆ ਬਿਲਕੁਲ ਜਿਵੇਂ ਜਨਮ ਸਾਖੀ 'ਚ ਲਿਖਿਆ ਹੂਬਹੂ ਉਵੇਂ ਪੇਸ਼ ਕੀਤਾ ਜਾ ਰਿਹਾ। ਬਾਬੇ ਆਖਿਆ ਭੈਣ ਜੀ ਕੋਲ ਜਾਓ ਜੀ, ਭੈਣ ਜੀ ਕੋਲ ਜਾਓ, ਬੇਬੇ ਨਾਨਕੀ ਕੋਲ ਭਾਵ ਕੀ ਉਹਨਾਂ ਤੋਂ ਕੁਝ ਪੈਸੇ ਮੰਗ ਲਓ। ਮੈਨੂੰ ਪਤਾ ਮੰਗਣਾ ਕੋਈ ਚੰਗੀ ਗੱਲ ਨਹੀਂ ਹੁੰਦੀ, ਪਰ ਇਸ ਵਕਤ ਮਜਬੂਰੀ ਹੈ ਇੱਕ। ਉਹ ਪਿਆਰੇ ਦੇ ਸਾਜ਼ ਨੂੰ ਖਰੀਦਣਾ ਚਲੇ ਜਾਂਦੇ ਭਾਈ ਮਰਦਾਨਾ ਜੀ। ਬੇਬੇ ਨਾਨਕੀ ਜੀ ਨੂੰ ਆਖਿਆ ਤੁਹਾਡੇ ਵੀਰ ਨੇ ਆਖਿਆ ਰਬਾਬ ਲੈਣੀ ਆ, ਰਬਾਬ ਲੈਣੀ ਆ, ਪਰ ਪੈਸੇ ਕੋਈ ਨਹੀਂ। ਬੇਬੇ ਨਾਨਕੀ ਜੀ ਨੇ ਮੁੱਠੀ ਭਰ ਕੇ ਚਾਂਦੀ ਦੇ ਸਿੱਕੇ ਜਿੰਨੇ ਹੱਥ ਜਾਏ ਚੁੱਕ ਕੇ ਭਾਈ ਮਰਦਾਨਾ ਜੀ ਦੀ ਝੋਲੀ 'ਚ ਪਾਏ ਆ। ਕਹਿਣ ਲੱਗੇ ਮਰਦਾਨਿਆਂ ਇੱਕ ਰਬਾਬ ਦੀ ਕੀ ਗੱਲ, 100 ਰਬਾਬਾਂ ਲੈ ਦੇਵਾਂਗੀ। ਬਿਲਕੁਲ ਹੂਬਹੂ ਇੱਦਾਂ ਲਿਖਿਆ। ਭਾਈ ਮਰਦਾਨਾ ਜੀ ਵਾਪਸ ਆਏ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਜਾਓ ਜੀ ਹੁਣ ਰਬਾਬ ਲੈਣ। ਸਾਰੇ ਤੁਰ ਫਿਰ ਕੇ ਵੇਖਿਆ, ਰਬਾਬ ਕੋਈ ਪਸੰਦ ਨਾ ਆਈ, ਕੋਈ ਵੀ ਰਬਾਬ ਪਸੰਦ ਨਾ ਆਈ। ਕਹਿਣ ਲੱਗੇ ਇਹ ਉਹ ਰਬਾਬ ਨਹੀਂ ਜੋ ਗੁਰੂ ਨਾਨਕ ਸਾਹਿਬ ਜੀ ਦੇ ਸੁਰ ਨਾਲ ਸੁਰ ਮਿਲਾਵੇ। ਬਾਬੇ ਤੋਂ ਹੀ ਪੁੱਛਦਾ ਦੱਸੋ ਜੀ ਰਬਾਬ ਕਿੱਧਰੋਂ ਲੈ ਕੇ ਆਵਾਂ, ਪਿੰਡ ਵਾਲੇ ਪਾਸੇ ਜੋ ਰਬਾਬਾਂ ਪਸੰਦ ਨਹੀਂ ਆਈਆਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਰਦਾਨਿਆਂ, 2 ਦਰਿਆਵਾਂ ਦੇ ਵਿਚਕਾਰ ਜੱਟਾਂ ਦਾ ਇੱਕ ਪਿੰਡ ਹੈ, ਉਹਨੂੰ ਆਸਕਪੁਰ ਕਹਿੰਦੇ ਆ, ਉੱਥੇ ਚਲੇ ਜਾਓ। ਉੱਥੇ ਰਬਾਬੀ ਫਰਿੰਦਾ ਰਹਿੰਦਾ ਇੱਕ, ਇਸ ਕਰਕੇ ਉਹਨੂੰ ਫਿਰ ਫੇਰੂ ਵੀ ਦੁਨੀਆ ਦੇ ਲੋਕ ਕਹਿੰਦੇ ਆ, ਹਿੰਦੂ ਜਾਤੀ ਦੇ ਨਾਲ ਸੰਬੰਧ ਰੱਖਦਾ ਹੈ। ਉੱਥੇ ਜਾਓ, 2 ਦਰਿਆਵਾਂ ਦੇ ਵਿਚਕਾਰ ਜੱਟਾਂ ਦਾ ਪਿੰਡ ਆਸਕਪੁਰ, ਫਰਿੰਦੇ ਦਾ ਪਤਾ ਪੁੱਛੋ, ਰਬਾਬ ਉਹ ਤੋਂ ਲੈ ਕੇ ਆਓ। ਬੜੀ ਚੰਗੀ ਰਬਾਬ ਬਣਾਉਂਦਾ ਹੈ, ਬਹੁਤ ਵਧੀਆ ਕਾਰੀਗਰ ਆ। ਭਾਈ ਮਰਦਾਨਾ ਜੀ ਇਸ ਤਰ੍ਹਾਂ ਫਿਰ ਪਹੁੰਚ ਜਾਂਦੇ ਆਸਕਪੁਰ। ਪਤਾ ਟਿਕਾਣਾ ਪੁੱਛ ਕੇ ਰਬਾਬੀ ਨੂੰ ਮਿਲਦੇ ਆ, ਫਰਿੰਦੇ ਨੂੰ ਮਿਲਦੇ ਆ ਕਿ ਉਹ ਰਬਾਬ ਬਣਾਉਣ ਵਾਲਾ ਕਾਰੀਗਰ ਆ। ਕਹਿਣ ਲੱਗੇ ਭਾਈ ਸਾਹਿਬ ਜੀ ਰਬਾਬ ਬਣਾਉਣੀ ਆ ਜੋ ਕਿ ਗਲੇ ਦੇ ਵਿੱਚੋਂ ਜਦੋਂ ਗਾਈਏ ਉਹਦੇ ਨਾਲ ਉਹਦੀ ਸੁਰ ਮਿਲੇ। ਫਰਿੰਦੇ ਨੇ ਕਿਹਾ, ਕਹਿਣ ਲੱਗਾ ਜੀ ਸਮਾਂ ਲੱਗੂਗਾ, ਇਹ ਚੰਗਾ ਸਾਜ਼ ਤਿਆਰ ਕਰਵਾਉਣਾ ਹੋਵੇ ਸਮਾਂ ਲੱਗਦਾ, ਸਮਾਂ ਲੱਗੇਗਾ, ਮੈਨੂੰ ਮੋਹਲਤ ਦੇਵੋ ਕੁਝ ਮਹੀਨਿਆਂ ਦੀ, ਬਾਅਦ ਵਿੱਚ ਆ ਕੇ ਆਪਣੀ ਇਹ ਰਬਾਬ ਲੈ ਜਾਣਾ। ਉਹ ਕਹਿਣ ਲੱਗੇ ਉਹ ਸਾਹਮਣੇ ਇੱਕ ਕਿੱਲੀ ਤੇ ਰਬਾਬ ਪਈ ਆ, ਤੁਸੀਂ ਕਹਿੰਦੇ ਹੋ ਕੋਈ ਰਬਾਬ ਤਿਆਰ ਨਹੀਂ ਚੰਗੀ, ਇਹ ਦੇਖਣ ਨੂੰ ਬੜੀ ਚੰਗੀ ਲੱਗਦੀ ਹੈ, ਕੀ ਮੈਂ ਇਹ ਖਰੀਦ ਸਕਦਾ? ਉਹਨਾਂ ਆਖਿਆ ਨਹੀਂ, ਇਹਨੂੰ ਮੈਂ ਬਹੁਤ ਬਹੁਤ ਪਿਆਰ ਵਿੱਚ ਡੁੱਬ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਦੀਨ ਦੁਨੀ ਦੇ ਪਾਤਸ਼ਾਹ ਲਈ ਬਣਾਈ ਆ, ਇਹਨੂੰ ਇਸ ਤਰ੍ਹਾਂ ਤੁਸੀਂ ਛੂਹ ਵੀ ਨਹੀਂ ਸਕਦੇ, ਖਰੀਦਣ ਦੀ ਗੱਲ ਤਾਂ ਦੂਰ ਰਹੀ। ਭਾਈ ਮਰਦਾਨਾ ਜੀ ਨੇ ਸੋਚਿਆ ਇਹ ਤਾਂ ਬਾਬੇ ਨਾਨਕ ਜੀ ਬਾਰੇ ਹੀ ਗੱਲ ਕਰ ਰਹੇ। ਫਿਰ ਦੱਸਿਆ ਸਭ ਕੁਝ। ਕਹਿੰਦੇ ਮੈਂ ਸੱਚ ਕਹਿਣਾ, ਮੈਨੂੰ ਗੁਰੂ ਨਾਨਕ ਸਾਹਿਬ ਜੀ ਨੇ ਭੇਜਿਆ, ਮੈਂ ਉਹਨਾਂ ਦਾ ਮੁਰੀਦ ਹਾਂ, ਕਿਰਪਾ ਕਰੋ ਇਹ ਰਬਾਬ ਜਿਹੜੀ ਆ ਉਹਨਾਂ ਲਈ ਦੇ ਦੇਵੋ। ਫਿਰ ਉਹ ਫਰਿੰਦਾ ਕਹਿਣ ਲੱਗਾ ਸੱਚੀ ਗੱਲ ਹੈ, ਤੈਨੂੰ ਮੇਰਾ ਟਿਕਾਣਾ ਕਿਹਨੇ ਦੱਸਿਆ? ਉਹ ਕਹਿੰਦੇ ਗੁਰੂ ਨਾਨਕ ਜੀ ਨੇ ਦੱਸਿਆ। ਤੁਸੀਂ ਹਿੰਦੂ ਜਾਤੀ ਨਾਲ ਸੰਬੰਧ ਰੱਖਦੇ ਹੋ, ਫਰਿੰਦਾ ਤੁਹਾਡਾ ਨਾਮ ਹੈ, ਪਿੰਡ ਦੇ ਲੋਕ ਤੁਹਾਨੂੰ ਕੱਚਾ ਨਾਮ ਲੈ ਕੇ, ਛੋਟਾ ਨਾਮ ਲੈ ਕੇ, ਉਪਨਾਮ ਲੈ ਕੇ ਫੇਰੂ ਵੀ ਕਹਿੰਦੇ ਆ। ਉਹ ਕਹਿੰਦੇ ਬਿਲਕੁਲ, ਤੁਸੀਂ ਆਸਕਪੁਰ ਰਹਿੰਦੇ ਹੋ,
ਇਹ ਜੱਟਾਂ ਦਾ ਪਿੰਡ ਹੈ, 2 ਦਰਿਆਵਾਂ ਦੇ ਵਿਚਾਲੇ ਆ। ਇਹ ਸਭ ਬਾਬੇ ਨੇ ਦੱਸਿਆ। ਫਿਰ ਉਹ ਫਰਿੰਦਾ ਕਹਿੰਦਾ, ਜੇਕਰ ਦੀਨ ਦੁਨੀ ਦੇ ਪਾਤਸ਼ਾਹ ਜਿਨ੍ਹਾਂ ਦਾ ਨਾਮ ਲਿਆ ਦੁਨੀਆ ਦੇ ਲੋਕਾਂ ਨੂੰ ਸੁੱਖ ਮਿਲਦਾ, ਮੈਂ ਕਿੰਨਾ ਦੌਲਤਮੰਦ ਹਾਂ, ਉਹਨਾਂ ਨੇ ਆਪਣੀ ਰਸਨਾ ਤੋਂ ਮੇਰਾ ਨਾਮ ਲਿਆ। ਭਾਈ ਮਰਦਾਨਾ ਜੀ ਨੂੰ ਕਹਿੰਦੇ ਕਿ ਸੱਚ ਹੈ ਕਿ ਸੱਚੀ ਉਹਨਾਂ ਨੇ ਆਪਣੀ ਰਸਨਾ ਤੋਂ ਮੇਰਾ ਨਾਮ ਫਰਿੰਦਾ ਕਹਿ ਕੇ ਲਿਆ? ਕਹਿੰਦੇ ਬਿਲਕੁਲ। ਫਿਰ ਆਖਿਆ ਦੇਰ ਨਾ ਕਰੀਏ, ਤੇ ਜਿਹੜੀ ਕਿੱਲੀ ਤੇ ਰਬਾਬ ਟੰਗੀ ਆ ਲਾਈ ਆ, ਅੱਗੇ ਅੱਗੇ ਭਾਈ ਮਰਦਾਨਾ ਜੀ, ਪਿੱਛੇ ਪਿੱਛੇ ਰਬਾਬ ਚੁੱਕ ਕੇ ਫਰਿੰਦਾ ਜੀ ਆ ਕੇ ਕਦਮਾਂ 'ਚ ਰੱਖੀ ਰਬਾਬ ਬਾਬੇ ਦੇ। ਅੱਖਾਂ ਦੇ ਵਿੱਚੋਂ ਹੰਝੂ ਡਿੱਗੇ, ਦੀਦਾਰ ਕੀਤੇ ਫਰਿੰਦੇ ਨੇ। ਆਖਿਆ ਬਾਬਾ, ਇਹੀ ਤੁਹਾਡੇ ਚਰਨਾਂ ਦੇ ਵਿੱਚ ਜੁੜ ਕੇ ਇੱਕ ਇੱਕ ਸਾਜ਼ ਜਿਹੜੀ ਦੀ ਇਹਦੀ ਤਾਰ ਆ, ਰਬਾਬ ਦੀਆਂ 7 ਤਾਰਾਂ, ਇਹ ਮੈਂ ਬਣਾਈਆਂ। ਗੁਰੂ ਮਹਾਰਾਜ ਨੂੰ ਪ੍ਰਵਾਨ ਕਰੋ। ਗੁਰੂ ਸਾਹਿਬ ਆਖਿਆ ਭੇਟਾ ਕੀ ਹੁੰਦੀ ਹੈ ਜੀ ਇਹਦੀ? ਤੁਹਾਡੇ ਸਾਜ਼ ਦੀ ਮਿਹਨਤ ਆ, ਭੇਟਾ ਕੀ? ਉਹ ਕਹਿੰਦੇ ਭੇਟਾ ਮੈਨੂੰ ਮਿਲ ਗਈ, ਤੁਹਾਡੇ ਦਰਸ਼ਨ ਹੀ ਇਹਦੇ ਭੇਟਾ ਸੀ। ਗੁਰੂ ਨਾਨਕ ਸਾਹਿਬ ਜੀ ਨੂੰ ਆਖਿਆ ਤੁਹਾਡੇ ਦੀਦਾਰ ਹੀ ਮੇਰੇ ਲਈ ਭੇਟਾ ਸੀਗੇ, ਉਹ ਮੈਨੂੰ ਮਿਲ ਚੁੱਕੇ ਆ। ਗੁਰੂ ਨਾਨਕ ਸਾਹਿਬ ਜੀ ਨੇ ਉਦੋਂ ਰਬਾਬ ਚੁੱਕ ਕੇ ਭਾਈ ਮਰਦਾਨਾ ਜੀ ਨੂੰ ਫੜਾਈ ਆ। ਕਹਿਣ ਲੱਗੇ, ਇਹਨੂੰ ਤੁਸੀਂ ਵਜਾਉਣ ਤੋਂ ਪਹਿਲਾਂ 3 ਗੱਲਾਂ ਚੇਤੇ ਰੱਖੋ। ਭਾਈ ਜੀ, ਤੁਸਾਂ ਕੋ ਕਰਤਾਰ ਕਾ ਗੁਣ ਬਖਸ਼ਿਆ। ਜਨਮ ਸਾਖੀ ਵਿੱਚ ਲਿਖਿਆ ਭਾਈ ਬਾਲਾ ਜੀ ਵਾਲੀ ਵਿੱਚ, ਭਾਈ ਜੀ ਤੁਸਾਂ ਕੋ ਕਰਤਾਰ ਕਾ ਗੁਣ ਬਖਸ਼ਿਆ, ਰੱਬ ਵਾਲਾ ਗੁਣ ਤੁਹਾਨੂੰ ਬਖਸ਼ਿਆ, ਇਸ ਨੂੰ ਵੇਚਣਾ ਨਹੀਂ। ਦੂਜੀ ਗੱਲ ਆਖੀ, ਰਬਾਬ ਦੇ ਕੇ 3 ਗੱਲਾਂ ਆਖੀਆਂ। ਭਾਈ ਜੀ ਤੁਸਾਂ ਕੋ ਕਰਤਾਰ ਕਾ ਗੁਣ ਬਖਸ਼ਿਆ, ਪਹਿਲੀ ਗੱਲ। ਦੂਜੀ ਗੱਲ, ਇਸ ਕੋ ਵੇਚਣਾ ਨਹੀਂ। ਤੀਜੀ ਗੱਲ, ਦਰ ਆਏ ਸਵਾਲੀ ਕੋ ਕभी ਖਾਲੀ ਮਤ ਮੋੜਨਾ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ, ਤੇ ਕਦੇ ਵੀ ਕਿਸੇ ਨੂੰ ਖਾਲੀ ਨਾ ਮੋੜਿਓ। ਤੀਜੀ ਗੱਲ ਸੁਣ ਕੇ ਭਾਈ ਮਰਦਾਨਾ ਜੀ ਹੱਸ ਪਏ। ਕਹਿੰਦੇ ਮਹਾਰਾਜ, ਮੈਂ ਤਾਂ ਖੁਦ ਮੰਗਤਾ, ਤੁਸੀਂ ਕਹਿ ਰਹੇ ਹੋ ਕਿਸੇ ਨੂੰ ਖਾਲੀ ਨਾ ਮੋੜਨਾ, ਇਹ ਗੱਲ ਤੁਹਾਡੇ 'ਤੇ ਲਾਗੂ ਹੁੰਦੀ ਆ, ਮੈਂ ਕਿਸੇ ਨੂੰ ਕੀ ਦੇ ਸਕਦਾ? ਗੁਰੂ ਨਾਨਕ ਸਾਹਿਬ ਜੀ ਨੇ ਅਖੀਰ ਵਿੱਚ ਆਖਿਆ, ਕਹਿਣ ਲੱਗੇ ਮਰਦਾਨਿਆਂ, ਜੋ ਤੇਰੇ ਕੋਲ ਹੋਵੇਗਾ ਨਾ, ਉਹਨੂੰ ਪਾਉਣ ਲਈ ਜ਼ਮਾਨੇ ਤਰਸਣਗੇ। ਜੋ ਤੇਰੇ ਕੋਲ ਹੋਵੇਗਾ ਨਾ, ਉਹਨੂੰ ਪਾਉਣ ਲਈ ਜ਼ਮਾਨੇ ਤਰਸਿਆ ਕਰਨਗੇ, ਲੋਕਾਂ ਕੋਲ ਨਹੀਂ ਹੋਵੇਗਾ। ਇਸ ਕਰਕੇ ਜਿੰਨਾ ਅੱਜ ਸੰਗੀਤ ਦਾ ਗੁਣ ਜੋ ਰਬਾਬੀਆਂ ਕੋਲ ਆ ਭਾਈ ਮਰਦਾਨਾ ਜੀ ਦੀ ਕੁੱਲ ਵਿੱਚ, ਅੱਗੇ ਪੀੜ੍ਹੀਆਂ 'ਚ, ਉਹ ਆਮ ਬੰਦਾ ਸਾਰੀ ਜ਼ਿੰਦਗੀ ਸਿੱਖ ਲਵੇ ਤਾਂ ਵੀ ਉਹ ਗੱਲ ਨਹੀਂ ਬਣਦੀ ਜਿਹੜੀ ਉਹਨਾਂ ਵਿੱਚ ਆ। ਗੁਰੂ ਮਹਾਰਾਜ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸੇ, ਸ਼ਬਦਾਂ ਦੀ ਕਮਾਈ ਕਰਕੇ ਸੋਹਣੇ ਜੀਵਨ ਵਾਲੇ ਬਣੀਏ। ਗੁਰੂ ਨਾਨਕ ਸਾਹਿਬ ਜੀ ਦੀ ਸ਼ਾਨ ਵਿੱਚ ਬੋਲਦੇ ਹਾਂ, ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਸੰਗਤ ਬਖਸ਼ ਲਵੇ। ਆਓ ਪਿਆਰ ਦੇ ਨਾਲ ਉਸ ਪਿਆਰੇ ਦੇ ਬੋਲਾਂ ਨੂੰ ਸ਼ੌਂਕ ਦੇ ਨਾਲ 1 ਮਿੰਟ ਕੱਢ ਕੇ ਬੋਲਣਾ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ